ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਰਾਮਦਾਸ ਸ੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰਾਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਵਾਹਿਗੁਰੂ ਸਾਹਿਬ ਜੀਓ ਕਿਤੇ ਬਰਖ ਮਹਿ ਹੋਵਨ ਹਾਰਾ
ਪਾਕਹਿ ਈਟਾਂ ਚੱਲ ਹੈ ਕਾਰਾ, ਅਨਿਕ ਪਜਾਵੇ ਲਾਗਹਿ ਜਬੈ, ਤਬ ਕਾਰਜ ਬਨ ਸਕਹਿ ਸਬੈ। ਕੀਤੇ ਬਰਖ ਮਹਿ ਹੋਵਣ ਹਾਰਾ, ਪਾਕਹਿ ਈਟਾਂ ਚੱਲ ਹੈ ਕਾਰਾ, ਅਨਿਕ ਪਜਾਵੇ ਲਾਗਹਿ ਜਬੈ, ਤਬ ਕਾਰਜ ਬਨ ਸਕਹਿ ਸਬੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਦਾਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਦਇਆ ਸਦਕਾ ਆਪ ਜੀ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਲੰਮੇ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਦਰ ਘਰ ਅੰਦਰ ਗੁਰ ਇਤਿਹਾਸ ਦੀ ਅੰਮ੍ਰਿਤ ਰੂਪ ਲੜੀਵਾਰ ਗਾਥਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਜੋ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਮਿਹਨਤ ਮੁਸ਼ੱਕਤ ਦੇ ਨਾਲ ਗੁਰ ਇਤਿਹਾਸ ਅੰਕਿਤ ਕੀਤਾ ਹੈ, ਉਹ ਪਾਵਨ ਪਵਿੱਤਰ ਕਥਾ ਆਪਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਸਰਵਣ ਕਰਦੇ ਹਾਂ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਮੰਡੀ ਦੇ ਰਾਜੇ ਨੇ ਚੱਲ ਕਰਕੇ ਆਉਣਾ ਔਰ ਆਪਣਾ ਸੰਸਾਰ ਨਿਵਰਤ ਹੋਣ ਉਪਰੰਤ ਗੁਰੂ ਕੀ ਸਿੱਖੀ ਧਾਰਨ ਕੀਤੀ ਔਰ ਭਾਈ ਕਲਿਆਣਾ ਜੀ ਨੂੰ ਨਾਲ ਲੈ ਕਰਕੇ ਮੰਡੀ ਦੇਸ਼ ਪਹੁੰਚਿਆ, ਜਿੱਥੋਂ ਭਾਈ ਕਲਿਆਣਾ ਜੀ ਨੂੰ 1 ਲੱਖ ਰੁਪਈਆ ਉਹਨਾਂ ਸਮਿਆਂ ਵਿੱਚ ਬੇਅੰਤ ਥੈਲੀਆਂ ਵਿੱਚ ਭਰ ਭਰ ਕੇ ਦਿੱਤਾ। ਨਾਲ ਆਪਣੀ ਸੈਨਾ ਕੋ ਫੌਜ ਭੇਜੀ ਹੈ ਸੁਰੱਖਿਆ ਵਾਸਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਅੰਮ੍ਰਿਤਸਰ ਸਾਹਿਬ ਸਰੋਵਰਾਂ ਦੀ ਕਾਰ ਸੇਵਾ ਵਾਸਤੇ ਇਹ ਮੰਡੀ ਦੇ ਰਾਜੇ ਨੇ ਗੁਰੂ ਘਰ ਵਿੱਚ ਮਾਇਆ ਕਰਕੇ ਸੇਵਾ ਕੀਤੀ। ਮਾਇਆ ਜਾਣ ਤੋਂ ਬਾਅਦ ਸੱਚੇ ਪਾਤਸ਼ਾਹ ਜੀਆਂ ਫਿਰ ਸੰਤੋਖਸਰ ਸਾਹਿਬ ਦਾ ਸਰੋਵਰ ਜਿਹੜਾ ਕਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਚੋਜੀ ਪ੍ਰੀਤਮ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਸਤਿਗੁਰਾਂ ਜੀਆਂ ਦੇ ਕਹੇ ਤੇ ਗਿੱਲ ਵਾਲੀ ਸੁਲਤਾਨ ਮਿੰਡ ਆਦਿਕ ਪਿੰਡਾਂ ਦੇ ਲਾਗੇ ਸਮਾਂ ਪਹਿਲਾਂ ਲਵਾਏ ਸਨ 2 ਸਰੋਵਰ, ਇੱਕ ਸੰਤੋਖਸਰ ਸਾਹਿਬ, ਇੱਕ ਅੰਮ੍ਰਿਤ ਸਰੋਵਰ। ਇੱਥੇ ਹੀ ਗੁਰੂ ਕਾ ਚੱਕ ਨਾਵੇਂ ਨਗਰ ਜਿਹਨੂੰ ਹੁਣ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਆਪਾਂ ਸਾਰੇ ਜਾਣਦੇ ਹਾਂ, ਇਹ ਨਗਰ ਵਸਾਇਆ ਗੁਰੂ ਰਾਮਦਾਸ ਮਹਾਰਾਜ ਜੀਆਂ ਤੋਂ ਸੇਵਾ ਸਰੋਵਰਾਂ ਦੀ ਹੀ ਕੁੱਲ ਸਮਾਂ ਹੋਣ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਬਿਰਾਜਮਾਨ ਹੋ ਗਏ, ਜਿਸ ਕਰਕੇ ਕਈ ਕੁ ਸਾਲ ਜਿਹੜੀ ਇਹ ਸੇਵਾ ਰੁਕੀ ਰਹੀ ਹੋਣ ਕਾਰਨ ਵਰਖਾ ਮੀਂਹ ਪੈਂਦਾ ਰਿਹਾ, ਜਿਸ ਕਰਕੇ ਉਹ ਸਾਰੀ ਮਿੱਟੀ ਬਾਹਰੋਂ ਸਰੋਵਰ ਦੀ ਢਲ ਢਲ ਕੇ ਪਾਣੀਆਂ ਨਾਲ ਤੇ ਉਹ ਸਰੋਵਰ ਦੋਵੇਂ ਹੀ ਪੂਰੇ ਗਏ ਸਨ।
ਅੰਮ੍ਰਿਤ ਸਰੋਵਰ ਵੀ ਤੇ ਸੰਤੋਖ ਸਰ ਸਾਹਿਬ ਦਾ ਸਰੋਵਰ ਵੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਮੁੜ ਤੋਂ ਸਾਰੀ ਨਿਸ਼ਾਨਦੇਹੀ ਕਰਵਾ ਕੇ ਪਹਿਲਾਂ ਸੰਤੋਖ ਸਰ ਸਾਹਿਬ ਦਾ ਪਾਵਨ ਸਰੋਵਰ ਪਟਵਾਉਣਾ ਆਰੰਭ ਕੀਤਾ। ਕੁਝ ਮਜ਼ਦੂਰ ਲੱਗੇ ਆ, ਕੁਝ ਲਾਗੇ ਪਿੰਡਾਂ ਦੀ ਸੰਗਤ ਸ਼ੁਰੂ ਵਿੱਚ ਸਰੋਵਰ ਦੀ ਖੁਦਾਈ ਦੀ ਸੇਵਾ ਵਿੱਚ ਲੱਗੀ। ਔਰ ਕੁਝ ਦਿਨਾਂ ਵਿੱਚ ਗੱਲ ਸਭ ਸੰਸਾਰ ਵਿੱਚ ਫੈਲ ਗਈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸੰਤੋਖ ਸਰ ਸਾਹਿਬ ਸਰੋਵਰ ਦੀ ਖੁਦਾਈ ਦੀ ਸੇਵਾ ਕਰਵਾ ਰਹੇ ਹੈ। ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਸੱਚੇ ਪਾਤਸ਼ਾਹ ਜੀਆਂ ਦੇ ਘਰ ਵਿੱਚ ਆਈਆਂ, ਆਪਣੇ ਹੱਥੀਂ ਸੇਵਾ ਕਰਕੇ ਆਪਣੇ ਵੱਡੇ ਭਾਗ ਜਾਣਦੀਆਂ ਹਨ। ਔਰ ਸੇਵਾ ਜੇ ਕੋਈ ਸਕਾਮ ਕਰਦਾ ਮਨ ਵਿੱਚ ਕੋਈ ਇੱਛਾ ਰੱਖ ਕੇ, ਉਹਦੀ ਸੇਵਾ ਵੀ ਪ੍ਰਵਾਨ ਹੈ। ਮਹਾਰਾਜ ਉਹਨੂੰ ਜੋ ਮੰਗਦਾ ਹੈ ਠਾਕੁਰ ਆਪਣੇ ਤੇ ਸੋਈ ਦੇਵੈ ਦਾਤਾਂ ਦਿੰਦੇ ਹੈ। ਤੇ ਜੇ ਕੋਈ ਨਿਸ਼ਕਾਮ ਸੇਵਾ ਕਰਦਾ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮੇਸ਼ਰ ਦੀ ਹਿਰਦੇ ਅੰਦਰ ਸਖਿਆਤਤਾ ਕਰਵਾਉਂਦੇ ਹੈ। ਇਸ ਤਰ੍ਹਾਂ ਕਈ ਮਹੀਨੇ ਸਾਲ ਹੀ ਇਹ ਸੰਤੋਖ ਸਰ ਸਾਹਿਬ ਦੀ ਸੇਵਾ ਚੱਲੀ ਤੇ ਕਾਫੀ ਹੱਦ ਤੱਕ ਸੇਵਾ ਜਿਹੜੀ ਵਾ ਉਹ ਮਹਾਰਾਜ ਜੀ ਨੇ ਸੰਪੂਰਨ ਕਰਵਾਈ। ਫਿਰ ਅੱਗੇ ਪ੍ਰਸੰਗ ਸੰਤੋਖ ਸਰ ਸਾਹਿਬ ਸਰੋਵਰ ਦਾ ਕੁਝ ਰਹਿ ਗਿਆ ਸੀ। ਉਸ ਸੰਤੋਖ ਸਰ ਸਰੋਵਰ ਦੇ ਵਿੱਚ ਇੱਕ ਜੋਗੀ ਦਾ ਨਿਕਲਣਾ ਤੇ ਉਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਨੀ, ਉਹ ਪ੍ਰਸੰਗ ਕੁਝ ਰਹਿੰਦਾ ਹੈ। ਅੱਜ ਆਵੇਗਾ, ਆਪਾਂ ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੂੰ ਹਿਰਦੇ ਵਸਾਓ। ਸਭ ਸੰਗਤ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਤੇ ਬਰਖ ਮਹਿ ਹੋਵਨ ਹਾਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਗਤਾਂ ਤੋਂ ਸੇਵਾ ਕਰਵਾਉਂਦੇ ਹੈ। ਰਾਤ ਦੇ ਸਮੇਂ ਸੰਗਤਾਂ ਹਟ ਕੇ ਸਰੋਵਰ ਦੀ ਸੇਵਾ ਤੋਂ ਤੇ ਮਹਾਰਾਜ ਦੇ ਘਰ ਵਾਲੇ ਪਾਸੇ ਜਿੱਥੇ ਗੁਰੂ ਕੇ ਮਹਿਲ ਦਾ ਸਥਾਨ, ਇੱਥੇ ਆ ਜਾਂਦੀਆਂ। ਇੱਥੇ ਪ੍ਰਸ਼ਾਦਾ ਪਾਣੀ ਲੰਗਰ ਵੀ ਤਿਆਰ ਹੁੰਦਾ ਹੈ। ਇੱਥੋਂ ਸੰਗਤਾਂ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜਾ ਕਰਕੇ ਤੇ ਫਿਰ ਜਾ ਸੰਤੋਖ ਸਰ ਸਾਹਿਬ ਦੀ ਸੇਵਾ ਨੂੰ ਸੰਗਤਾਂ ਲੱਗਦੀਆਂ ਹਨ। ਕਈ ਮਹੀਨੇ ਸਾਲ ਇਹ ਸੇਵਾ ਚੱਲੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਿਚਾਰ ਕੀਤੀ ਹੈ। ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਦੇ ਹੈ ਵੀ ਇਹ ਕਾਰਜ ਛੋਟਾ ਨਹੀਂ ਹੈ। ਇਹ ਸਰੋਵਰ ਦੀ ਖੁਦਾਈ ਹੋਈ ਹੈ, ਫਿਰ ਹੁਣ ਪੱਕਾ ਹੋਵੇਗਾ ਜਾਂ ਪੌੜੀਆਂ ਬਣਨਗੀਆਂ, ਵਿੱਚ ਉਤਰਨਗੀਆਂ, ਪੌੜੀਆਂ ਪੱਕੀਆਂ ਹੋਣਗੀਆਂ, ਸਰੋਵਰ ਪੱਕੇ ਹੋਣਗੇ। ਫਿਰ ਅੰਮ੍ਰਿਤ ਸਰੋਵਰ ਦੀ ਸੇਵਾ ਹੈ, ਉਹਦੀ ਖੁਦਾਈ ਕਰਵਾਉਣੀ ਹੈ, ਉਹਦੇ ਵਿੱਚ ਪੌੜੀਆਂ ਉਤਾਰਨੀਆਂ, ਉਹ ਪੱਕੀਆਂ ਕਰਵਾਉਣੀਆਂ, ਸਰੋਵਰ ਪੱਕੇ ਕਰਵਾਉਣੇ ਹੈ। ਉਹਨਾਂ ਦੇ ਵਿੱਚ ਹਰਿਮੰਦਰ ਸਾਹਿਬ ਦਾ ਪਾਵਨ ਹਰੀ ਪਰਮੇਸ਼ਰ ਦਾ ਦਰ ਘਰ ਬਣਵਾਉਣਾ ਹੈ। ਇਸ ਤਰ੍ਹਾਂ ਦੀ ਵਿਚਾਰ ਸੱਚੇ ਪਾਤਸ਼ਾਹ ਜੀ ਮਨ ਵਿੱਚ ਕਰਦੇ ਹੈ ਕਿ ਇਹ ਹੁਣ ਕਾਰਜ ਜਿਹੜਾ ਨਾ, ਇਹ ਕੋਈ ਛੋਟੀ ਚੱਲਣ ਵਾਲੀ ਸੇਵਾ ਨਹੀਂ, ਲੰਮੇ ਸਮੇਂ ਤੀਕਰ ਇਹ ਕਾਰਜ ਚੱਲੇਗਾ। ਪੱਕ ਹੈ ਇੱਟਾਂ ਚੱਲ ਹੈ ਕਾਰਾ। ਤੇ ਬਾਕੀ ਪੂਰਾ ਕਾਰਜ ਹੋਣ ਵਾਸਤੇ ਇੱਟਾਂ ਪੱਕੀਆਂ ਹੋਣ ਤੇ ਹੋਣ ਵੀ ਲੱਗ ਗਈ ਵੀ ਇੱਕ ਤਾਂ ਦੂਰੋਂ ਲਿਆਉਣ ਨਾਲ ਢੋਆ ਢਵਾਈ ਤੇ ਸਮੇਂ ਦੀ ਵੀ ਖਚਤ ਵਧੇਰੇ ਹੁੰਦੀ ਹੈ। ਮਹਾਰਾਜ ਵਿਚਾਰ ਕਰਦੇ ਵੀ ਹੁਣ ਜੇ ਇੱਥੇ ਕਿਤੇ ਇੱਟਾਂ ਲਾਗੇ ਹੀ ਇੱਥੇ ਪੱਕਣ, ਇੱਥੋਂ ਹੀ ਬਣਨਾ, ਪੱਕਣ ਪਕਾਈ ਹੋਵੇ ਤੇ ਪੱਕੀ ਇੱਟ ਇੱਥੇ ਨਾਲ ਹੀ ਲੱਗਦੀ ਜਾਵੇ। ਇਸ ਤਰ੍ਹਾਂ ਵੀ
ਇਹ ਕਾਰਜ ਵੱਡਾ ਹੈ, ਇੱਥੇ ਪੱਕੀ ਇੱਟ ਕਾਫੀ ਚਾਹੀਦੀ ਹੈ ਤੇ ਲੰਮੇ ਸਮੇਂ ਵਾਸਤੇ ਇਹ ਕਾਰਜ ਫਿਰ ਜਾ ਕੇ ਪੂਰਾ ਹੋਵੇਗਾ। ਅਨੇਕ ਪਜਾਵੇ ਲਾਗਹਿ ਤੇ ਜਬੈ ਅਨੇਕਾਂ ਹੀ ਜਿਹੜੇ ਪਜਾਵੇ ਆ ਭਾਵ ਆਵੇ ਇੱਟਾਂ ਦੇ ਜਦੋਂ ਇੱਥੇ ਲੱਗ ਜਾਣਗੇ, ਇੱਥੇ ਗੁਰੂ ਕੇ ਚੱਕ ਨਗਰ ਦੇ ਵਿੱਚ ਹੀ, ਤਬ ਕਾਰਜ ਬਨ ਸਕਹਿ ਸਬੈ ਤੇ ਫੇਰ ਇਹ ਸਾਰਾ ਜਿਹੜਾ ਕਾਰਜ ਥੋੜਾ ਸੁਖਾਲਾ ਤੇ ਛੇਤੀ ਹੋਵੇਗਾ ਤੇ ਫੇਰ ਇਹ ਕੰਮ ਜਿਹੜਾ ਪੂਰਾ ਹੋਣਾ ਹੈ। ਬ੍ਰਿੰਦ ਕੁਲਾਲ ਬਸਹਿ ਜਬ ਤੇ ਆਈ ਜਦੋਂ ਬਹੁਤੇ ਕੁਲਾਲ ਕਹੀਏ ਘੁਮਿਆਰ ਬਿਰਾਦਰੀ ਜਿਹੜੀ ਹੈ ਉਹ ਆਣ ਕੇ ਮਹਾਰਾਜ ਵਿਚਾਰਦੇ ਵੀ ਇੱਥੇ ਗੁਰੂ ਕੇ ਚੱਕ ਨਗਰ ਵਿੱਚ ਆ ਕੇ ਵਾਸਾ ਕਰ ਲਵੇਗੀ, ਲਾਏ ਪਜਾਵੇ ਲੇਹ ਪਕਾਈ ਤੇ ਉਹ ਆਪੇ ਪਜਾਵੇ ਲਾਉਣਗੇ, ਆਵੇ ਇੱਟਾਂ ਪੱਕੀਆਂ ਕਰਨ ਵਾਲੇ ਉਹ ਆਵੇ ਲਾਉਣਗੇ ਘੁਮਿਆਰ ਆਦਿਕ, ਤੇ ਇੱਟਾਂ ਪਾਉਣਗੇ ਥੱਪਣਗੇ, ਉਹੀ ਇੱਟਾਂ ਦੀ ਪਕਾਈ ਕਰਿਆ ਕਰਨਗੇ। ਸਰਬ ਪ੍ਰਕਾਰ ਚਿਤ ਹੈ ਚਿਤ ਮਾਹੀ ਤੇ ਇਸ ਤਰ੍ਹਾਂ ਸਾਰੇ ਤਰ੍ਹਾਂ ਦੀ ਵਿਉਂਤਬੰਦੀ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਮਨ ਵਿੱਚ ਵਿਚਾਰਦੇ ਹਨ, ਚਿਤਵਦੇ ਹਨ ਜਿਮਤ ਡਾਗ ਤੂਰਨ ਹੋਏ ਜਾਹੀ ਵੀ ਜਿਵੇਂ ਕਿਵੇਂ ਵੀ ਜਿਹੜਾ ਸਰੋਵਰ ਹੈ ਇਹ ਪੂਰਾ ਹੋਵੇ, ਇਹਦੀ ਸੇਵਾ ਕੋਈ ਕਮੀ ਨਾ ਰਹੇ, ਪੱਕਾ ਹੋਵੇ, ਵਿੱਚੋਂ ਵੀ ਪੌੜੀਆਂ ਬਣਨ, ਹਰਿਮੰਦਰ ਸਾਹਿਬ ਦਾ ਸਥਾਨ ਬਣੇ। ਤੋ ਇਹ ਸਾਰੇ ਕਾਸੇ ਦੀ ਵਿਚਾਰ ਮਹਾਰਾਜ ਜੀ ਮਨ ਵਿੱਚ ਕਰਦੇ ਆ ਵੀ ਛੇਤੀ ਇਹ ਜਿਹੜਾ ਕਾਰਜ ਸੰਪੂਰਨ ਹੋਵੇ, ਪੱਕਾ ਹੋਵੇ ਸਰੋਵਰ। ਸ੍ਰੀ ਗੁਰੂ ਅਮਰਦਾਸ ਕੀ ਆਇਸ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਆਗਿਆ ਜੋ ਹੋਈ ਸੀ, ਪਿਤਾ ਹਮਾਰੇ ਕੋ ਫਰਮਾਇਸ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਧੰਨ ਗੁਰੂ ਰਾਮਦਾਸ ਸਾਡੇ ਪਿਤਾ ਜੀਆਂ ਨੂੰ ਇਸ ਤਰ੍ਹਾਂ ਹੁਕਮ ਕੀਤਾ ਸੀ, ਤਾਲ ਕਰਹਾ ਚਾਹ ਕੋਨ ਵਿਸਾਲਾ ਵਿੱਚੋਂ ਕੋਨਿਆਂ ਵਾਲਾ ਭਾਵ 4 ਚੁੰਡਾ ਜਿਹੜਾ ਸਰੋਵਰ ਹੈ ਸੋਹਣਾ ਵੱਡਾ, ਉਹ ਤੁਸੀਂ ਗੁਰੂ ਕੇ ਚੱਕ ਨਗਰ ਵਿੱਚ ਬਣਵਾਉਣਾ ਹੈ। ਹੋਏ ਪਾਕੋ ਈਟਨ ਲਗ ਜਾਲ ਤੇ ਸਮਾਂ ਆਵੇਗਾ ਫਿਰ ਇੱਟਾਂ ਵੀ ਲੱਗਣਗੀਆਂ, ਉਹ ਸਾਰਾ ਹੀ ਸਰੋਵਰ ਜਿਹੜਾ ਪੱਕਾ ਹੋ ਜਾਵੇਗਾ। ਤਥਾ ਪਿਤਾ ਨੇ ਮੋਕਹ ਕਹਿਓ ਬਹੁਤੀਆਂ ਇੱਟਾਂ ਨਾਲ ਇਹ ਸਰੋਵਰ ਪੱਕਾ ਹੋਣ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਨੀਆਂ ਨੇ ਸਤਿਗੁਰੂ ਰਾਮਦਾਸ ਪਿਤਾ ਜੀ ਨੂੰ ਆਖੀ ਸੀ। ਤੇ ਅੰਤਲੇ ਸਮੇਂ ਗੁਰੂ ਪਿਤਾ ਜੀ ਇਹ ਸਾਨੂੰ ਕਹਿ ਕੇ ਗਏ ਹੈ, ਸਾਨੂੰ ਸੇਵਾ ਦੇ ਕੇ ਗਏ ਹਨ। ਟਹਿਲ ਤਾਲ ਕੀ ਮਹਿ ਚਿਤ ਚਹਿਓ ਤੇ ਇਸ ਕਰਕੇ ਸਾਡਾ ਮਨ ਸਰੋਵਰ ਦੀ ਸੇਵਾ ਵਿੱਚ ਚਾਹੁੰਦਾ ਹੈ ਵੀ ਛੇਤੀ ਇਹ ਮਹਾਰਾਜ ਦਾ ਬਖਸ਼ੀ ਹੋਈ ਸੇਵਾ ਜਿਹੜੀ ਹੈ ਉਹ ਛੇਤੀ ਪੂਰੀ ਹੋਵੇ, ਸਾਡਾ ਚਿੱਤ ਇਉਂ ਚਾਹੁੰਦਾ ਹੈ। ਸਰਬ ਪ੍ਰਕਾਰ ਜੇ ਇਹੋ ਬਨ ਜਾਏ ਤੇ ਜੇ ਕਿਤੇ ਇਹ ਸਰੋਵਰ ਸਾਰੇ ਤਰ੍ਹਾਂ ਦੇ ਨਾਲ ਬਣ ਜਾਵੇ, ਪੱਕਾ ਹੋ ਜਾਵੇਗਾ, ਗੁਰਦੋ ਨਹ ਕੀ ਪੁਰਹਿ ਰਜਾਏ ਤੇ ਦੋਵਾਂ ਪਾਤਸ਼ਾਹਾਂ ਧੰਨ ਗੁਰੂ ਅਮਰਦਾਸ ਗੁਰ ਪਿਤਾ ਗੁਰੂ ਰਾਮਦਾਸ ਜੀ ਦੋਹਾਂ ਸਤਿਗੁਰਾਂ ਦੀ ਜਿਹੜੀ ਹੁਕਮ ਆਗਿਆ ਹੋਈ ਹੈ ਉਹ ਸਾਰੀ ਪੂਰੀ ਹੋ ਜਾਵੇਗੀ। ਸਿਮਰ ਸਿਮਰ ਬਚ ਪੂਰਬ ਗੁਰ ਕੇ ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਦੋਹਾਂ ਪਾਤਸ਼ਾਹਾਂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕਰਦੇ ਹਨ। ਸਭ ਕਾਰਜ ਕਰਵਾਵਹਿ ਸਰ ਕੇ ਤੇ ਇਸ ਤਰ੍ਹਾਂ ਵਿਚਾਰ ਕਰਕੇ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕਰਦੇ ਹੋਏ ਸਰੋਵਰ ਦੇ ਸਾਰੇ ਹੀ ਕਾਰਜ ਮਹਾਰਾਜ ਕਰਵਾ ਰਹੇ ਹਨ। ਬੈਠੇ ਤਟ ਪਰ ਕਹਿ ਖਨਾਵਹਿ ਤੇ ਮਹਾਰਾਜ ਕਹਿ ਕੇ ਸੰਗਤਾਂ ਨੂੰ ਲਾਉਂਦੇ ਆ, ਨਾਲ ਆਪ ਲੱਗਦੇ ਆ ਤੇ ਸਰੋਵਰ ਦੇ ਕੰਢੇ ਹੀ ਸੱਚੇ ਪਾਤਸ਼ਾਹ ਜੀ ਸੰਤੋਖ ਸਰ ਸਾਹਿਬ ਵਾਲੇ ਸਥਾਨ ਤੇ ਸਾਰਾ ਦਿਨ ਬਤੀਤ ਕਰਦੇ ਹਨ। ਸਿੱਖਣ ਕੋ ਉਪਦੇਸ਼ ਦ੍ਰਿੜਾਵਹਿ ਤੇ ਇੱਥੇ ਜੇ ਕੋਈ ਅਧਿਕਾਰੀ ਸਿੱਖ ਹੁੰਦਾ ਨਾਲ ਮਹਾਰਾਜ ਸਿੱਖਿਆ ਉਪਦੇਸ਼ ਵੀ ਸਿੱਖਾਂ ਦੀ ਕਲਿਆਣ ਲਈ ਦਿੰਦੇ, ਬਖਸ਼ਦੇ ਆ, ਪਕਾਉਂਦੇ ਆ। ਸਭ ਗੁਰ ਕਰਹਿ ਕਾਮਨਾ ਪੂਰੀ ਤੇ ਸਭ ਮਾਈ ਭਾਈ ਸੰਗਤਾਂ ਦੀ ਕਾਮਨਾ ਮਹਾਰਾਜ ਇੱਥੇ ਨਾਲੇ ਸੇਵਾ ਕਰਵਾ ਰਹੇ ਆ ਤੇ ਨਾਲ ਹੀ ਸੱਚੇ ਪਾਤਸ਼ਾਹ ਜੀ ਸਭ ਇੱਛਾਵਾਂ ਪੂਰੀਆਂ ਕਰੀ ਜਾਂਦੇ ਆ। ਵਿੱਚ ਪਰਲੋਕ ਲਹਾਉ ਗਤ ਰੂਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਭਾਈ ਜਿਹੜਾ ਇਸ ਸਰੋਵਰ ਦੀ ਸੇਵਾ ਕਰੇਗਾ ਉਹ ਸੁੰਦਰ ਮੁਕਤੀ ਦੀ ਪ੍ਰਾਪਤੀ ਕਰੇਗਾ, ਉਹਦਾ ਸੱਚਖੰਡ ਵਿੱਚ ਵਾਸਾ ਹੋਵੇਗਾ, ਪਰਲੋਕ ਦੇ ਸੁਖ ਮਾਣਿਆ ਕਰੇਗਾ। ਬੀਤੇ ਕੇਤਿਕ ਮਾਸ ਖਨਾਵਤ ਇਸ ਤਰ੍ਹਾਂ ਖੁਦਾਈ ਚੱਲਦਿਆਂ ਹੋਇਆਂ ਨੂੰ ਕਵੀ ਜੀ ਕਹਿੰਦੇ ਕਿੰਨੇ ਹੀ ਸਾਲ ਬਤੀਤ ਹੋ ਗਏ ਹਨ। ਸਰ ਸੇਵਾ ਕੋ ਅਧਿਕ ਜਨਾਵਤ ਤੇ ਸੇਵਾ ਜਿਹੜੀ ਹੈ ਨਾ ਸਰੋਵਰ ਦੀ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਨੂੰ ਵਧੇਕ ਵੱਡੀ
ਤੇ ਵਡਿਆਈ ਭਰੀ ਜਣਾਉਂਦੇ ਆ। ਨਿਤ ਪ੍ਰਤਕਾਰ ਅਧਿਕ ਹੀ ਤੇ ਹੋਏ। ਦਿਨ ਬਰ ਦਿਨ ਸੇਵਾ ਵੱਧਦੀ ਜਾਂਦੀ ਹੈ, ਸੰਗਤਾਂ ਹੋਰ ਆਉਂਦੀਆਂ ਤੇ ਬੜੀ ਭਾਰੀ ਸੇਵਾ ਹੋ ਰਹੀ ਹੈ। ਕਰ ਚਿਤ ਚਾਂਪ ਖਨਹਿ ਸਭ ਕੋਏ। ਸਾਰੀਆਂ ਸੰਗਤਾਂ ਉਤਸ਼ਾਹ ਤੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਦੀਆਂ ਨੇ। ਵੱਡ ਗੰਭੀਰ ਭਇਓ ਤਬ ਖਨਤੇ। ਤੇ ਖੋਦਦਿਆਂ ਜਿਹੜਾ ਸਰੋਵਰ ਹੈ ਬਹੁਤ ਡੂੰਘਾ, ਕਵੀ ਜੀ ਕਹਿੰਦੇ ਹੋ ਗਿਆ, ਕਾਫੀ ਹੱਦ ਤੱਕ ਇੱਕ ਕੱਚਾ ਸਰੋਵਰ ਪੱਟ ਦਿੱਤਾ ਹੈ। ਬ੍ਰਿੰਦ ਗਿਰਾਵ ਹੈ ਮ੍ਰਿਤ ਕਾ ਅਨਤੇ। ਤੇ ਬੜੇ ਸਿੱਖ ਜਿਹੜੇ ਆਉਂਦੇ ਆ, ਕਈਆਂ ਨਾਲ ਕੁਝ ਲੱਗੇ ਆ ਖੁਦਾਈ ਪਟਾਈ ਕਰਦੇ, ਕੁਝ ਟੋਕਰੀ ਢੋਂਦੇ ਆ ਤੇ ਪਟ ਕੇ ਮਿੱਟੀ ਬਾਹਰ ਸਭ ਸੁੱਟ ਰਹੇ ਹਨ। ਜਬ ਖਨ ਕੇ ਨਮਰੀ ਬਹ ਕਰਿਓ। ਤੇ ਜਦੋਂ ਖੋਦ ਕੇ ਮਿੱਟੀ ਤੇ ਸਰੋਵਰ ਬਹੁਤ ਡੂੰਘਾ ਕਰ ਦਿੱਤਾ ਹੈ। ਬ੍ਰਤਲਾ ਕ੍ਰਿਤ ਮਠ ਜਾਣਿਓ ਪਰਿਓ। ਤੇ ਇਸ ਤਰ੍ਹਾਂ ਫਿਰ ਜਦੋਂ ਕਾਫੀ ਸਰੋਵਰ ਡੂੰਘਾ ਹੋਇਆ ਤੇ ਸੰਗਤਾਂ ਜਿਹੜੇ ਪੁੱਟਣ ਵਾਲੇ ਆ ਸਿੱਖ ਮਿੱਟੀ, ਉਹ ਵੇਖਦੇ ਆ ਵੀ ਉਹ ਪ੍ਰਤੀਤ ਹੁੰਦਾ ਵੀ ਕੋਈ ਗੋਲ ਪੱਥਰ ਦੀ ਬਹੁਤ ਭਾਰੀ ਵਸਤੂ ਜਿਹੜੀ ਵੈ, ਜਾਂ ਕੋਈ ਬਹੁਤ ਭਾਰੀ ਗੋਲਾਕਾਰ ਗੋਲ ਪੱਥਰ ਜਿਹੜਾ ਉਹ ਵਿੱਚ ਆ ਰਿਹਾ। ਖੋਦਦਿਆਂ ਜਿਵੇਂ ਪਾਸੋਂ ਪਤਾ ਲੱਗਣ ਲੱਗਾ ਵੀ ਇੱਕ ਗੋਲ ਬਹੁਤ ਵੱਡੇ ਆਕਾਰ ਦਾ ਪੱਥਰ ਜਿਹੜਾ ਥੱਲਿਓਂ ਨਿਕਲ ਰਿਹਾ ਹੈ। ਦੌਰ ਗੁਰ ਪਾਸ ਉਚਾਰੈ। ਤੇ ਦੌੜ ਕੇ ਸਾਰੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਪਾਸ ਜਾ ਦੱਸਦੇ ਵੀ ਮਹਾਰਾਜ, ਉਹ ਸਰੋਵਰ ਦੀ ਪਟਾਈ ਵਿੱਚੋਂ ਪਤਾ ਨਹੀਂ ਕੀ, ਜਿਵੇਂ ਬਹੁਤ ਵੱਡਾ ਕੋਈ ਗੇਂਦ ਜਿਹਾ ਹੁੰਦਾ, ਇਸ ਤਰ੍ਹਾਂ ਦਾ ਬਹੁਤ ਵਿਸ਼ਾਲ ਭਾਰੀ ਪੱਥਰ ਨਿਕਲ ਰਿਹਾ ਹੈ। ਇੱਕ ਮਠ ਨਿਕਸਿਓ ਲੋਕ ਨਿਹਾਰੈ। ਤੇ ਕੁਝ ਕਹਿੰਦੇ ਮਾਰੇ ਸੰਗਤਾਂ ਨੇ ਵੇਖਿਆ ਵੀ ਮਠ ਨਿਕਲਿਆ ਹੁੰਦਾ, ਜਿਵੇਂ ਕੋਈ ਮਠ ਗੋਲ ਆਕਾਰ ਦਾ ਬਣਿਆ ਹੋਇਆ ਧਰਤੀ ਚੋਂ ਨਿਕਲਿਆ ਹੈ। ਸੁਣ ਕਰ ਉੱਠੇ ਆਪ ਜਗ ਸੁਆਮੀ। ਸੁਣ ਕੇ ਸਿੱਖਾਂ ਤੋਂ ਜਗ ਦੇ ਮਾਲਕ ਸਤਿਗੁਰੂ ਆਪ ਉੱਠੇ ਆ। ਗਏ ਨਿਕਟ ਤਿਸ ਅੰਤਰ ਜਾਮੀ। ਤੇ ਅੰਤਰਜਾਮੀ ਪਾਤਸ਼ਾਹ ਹੁਣ ਜਾਣਨ ਹਾਰੇ ਗੁਰੂ ਗਰੀਬ ਨਵਾਜ ਵੀ ਕੌਣ ਤੇ ਕੀ ਹੈ, ਪਰ ਮਹਾਰਾਜ ਜੀ ਸਰੋਵਰ ਦੀ ਮਹਿਮਾ ਵਡਿਆਈ ਜਣਾ ਰਹੇ ਆ ਵੀ ਇਹ ਪਾਵਨ ਸਥਾਨ ਜਿਹੜਾ ਨਾ ਸਰੋਵਰ ਇਸ ਤਰ੍ਹਾਂ ਨਹੀਂ ਲੱਗਾ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਉੱਠ ਕੇ ਉਸ ਸਥਾਨ ਤੇ ਗਏ ਆ। ਸਭ ਲੋਕਣ ਕੋ ਤਹਾਂ ਲਗਾਏ। ਤੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਉਹਨੂੰ ਖੋਦਣ ਤੇ ਲਾਇਆ। ਉਹ ਵੱਡੇ ਗੋਲਾ ਆਕਾਰ ਦੇ ਪੱਥਰ ਨੂੰ ਕੱਢਣ ਤੇ ਮੱਠ ਕੱਢਣ ਵਾਸਤੇ ਸੰਗਤਾਂ ਸਿੱਖਾਂ ਨੂੰ ਲਾਇਆ, ਪਾਸੋਂ ਮਿੱਟੀ ਕੱਢਣ ਵਾਸਤੇ। ਕਰਿਓ ਨਿਰਾਲਮ ਚਾਹੁੰਦੇ ਸ਼ਥਾਏ। ਤੇ ਸਿੱਖਾਂ ਨੇ ਹੱਲੇ ਨਾਲ ਹੀ ਉਹ ਮਿੱਟੀ ਪੱਟ ਕੇ ਤੇ ਚਾਰੇ ਪਾਸਿਓਂ ਖੋਦ ਕੇ ਮਿੱਟੀ ਖਾਲੀ ਕੀਤੀ ਤੇ ਉਹ ਕੱਲਾ ਅੱਡ ਕਰ ਦਿੱਤਾ ਹੈ, ਵੱਖਰਾ ਕਰ ਦਿੱਤਾ ਹੈ। ਦਰ ਪਰ ਸ਼ਿਲਾ ਲੱਗੀ ਖੁਲਵਾਈ। ਤੇ ਉਹਦਾ ਇੱਕ ਦਰਵਾਜ਼ਾ ਵੀ ਬਣਿਆ ਹੋਇਆ ਮੱਠ ਦਾ, ਚਾਰੇ ਪਾਸਿਓਂ ਥੱਪਿਆ ਬਣਿਆ ਹੋਇਆ ਤੇ ਇੱਕ ਦਰਵਾਜ਼ਾ ਜਿਹਦੇ ਵਿੱਚ ਬੜਾ ਭਾਰੀ ਪੱਥਰ ਦੀ ਸਿਲ ਲੱਗੀ ਹੋਈ ਹੈ। ਦੇਖਿਓ ਮੁਨੀ ਸਮਾਦ ਲਗਾਈ। ਤੇ ਸਿਲ ਨੂੰ ਹਟਾ ਕੇ ਵੇਖਿਆ ਤੇ ਵਿੱਚ ਬਹੁਤ ਵੱਡੇ ਕੱਦ ਕਾਠ ਦਾ ਜਿਹੜਾ ਕੋਈ ਜੋਗੀ ਮੁਨੀਸ਼ਵਰ ਹੈ, ਕੋਈ ਰਿਸ਼ੀ, ਨੇਤਰ ਬੰਦ ਹੈ ਤੇ ਸਮਾਧੀ ਲਾ ਕੇ ਚੌਂਕੜੇ ਵਿੱਚ ਬੈਠਾ ਹੈ। ਕਸਤੂਰੀ ਸ਼੍ਰੀ ਗੁਰ ਮੰਗਵਾਈ। ਤੇ ਗੁਰੂ ਗਰੀਬ ਨਵਾਜ ਜੀਆਂ ਫਿਰ ਇਹਦੀ ਸਮਾਧੀ ਉਥਾਨ ਕਰਾਉਣ ਵਾਸਤੇ ਸਤਿਗੁਰਾਂ ਕਸਤੂਰੀ ਮੰਗਵਾਈ ਹੈ। ਲੈ ਨਵਨੀਤ ਹੈ ਸਾਥ ਮਿਲਾਈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਲੈ ਕੇ ਕਸਤੂਰੀ ਤੇ ਮੱਖਣ ਲਿਆ, ਮੱਖਣ ਦੇ ਵਿੱਚ ਕਸਤੂਰੀ ਮਿਲਾ ਦਿੱਤੀ ਹੈ। ਚਰਨ ਸਾਥ ਦਵੈ ਸਿੱਖ ਲਗਾਏ। ਤੇ ਦੋ ਸਿੱਖਾਂ ਨੂੰ ਲਾਇਆ ਵੀ ਇਹਦੇ ਪੈਰਾਂ ਦੇ ਵਿੱਚ ਜਿਹੜੀ ਨਾ ਤਲੀਆਂ ਚੋਂ ਕਸਤੂਰੀ ਤੇ ਮੱਖਣੀ ਉਹ ਮਲੋ, ਕਿਉਂਕਿ ਕਸਤੂਰੀ ਬਹੁਤ ਜ਼ਿਆਦਾ ਗਰਮ ਹੁੰਦੀ ਹੈ। ਤੋ ਇਹਦੇ ਪੈਰਾਂ ਵਿੱਚ ਮੱਖਣੀ ਤੇ ਕਸਤੂਰੀ ਮਿਲੀ ਹੋਈ ਜਿਹੜੀ ਹੈ ਉਹ ਲਾਉਣ ਵਾਸਤੇ ਦੋ ਸਿੱਖਾਂ ਨੂੰ ਲਾ ਦਿੱਤਾ ਹੈ। ਸੁਨੈ ਤਿਨ ਤੇ ਮਲਵਾਏ। ਤੇ ਦੋ ਸਿੱਖਾਂ ਨੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਧੀਰੇ ਕਸਤੂਰੀ ਇਹ ਜੋਗੀ ਦੇ ਪੈਰਾਂ ਵਿੱਚ ਮਲਵਾਈ ਹੈ। ਦਸਮ ਦਵਾਰ ਕੋ ਪੁਨਹ ਕਸਾਵਾ। ਤੇ ਪੁਨः ਫਿਰ ਦਸਮ ਦਵਾਰ ਜਿੱਥੇ ਕੋਈ ਆ ਤਾਲੂਆ ਹੁੰਦਾ, ਇਹਦੇ ਲਾਗੇ ਕੁਝ ਕਸਤੂਰੀ ਤੇ ਮੱਖਣ ਇੱਥੇ ਝਸਾਇਆ ਮਿਲਾਇਆ ਹੈ। ਜਿਸ ਤੇ ਤਨ ਮਹਿ ਉਸ਼ਨ ਉਪਾਵਾ। ਵੀ ਤਾਂ ਕਿ ਇਹਦੇ ਸਰੀਰ ਵਿੱਚ ਗਰਮੀ ਪੈਦਾ ਹੋਵੇ, ਗਰਮੀ ਦੇ ਨਾਲ ਦਾ ਸਰੀਰ ਜਿਹੜਾ ਐਨ ਜੁੜਿਆ ਤੇ ਇੱਕ ਰਸ ਆਕੜਿਆ ਹੋਇਆ, ਇਹ ਖੁੱਲ ਜਾਵੇ ਗਰਮੀ ਦੇ ਨਾਲ, ਜਿਹੜਾ ਦਸਮ ਦੁਆਰ ਵੀ ਉਥਾਨ ਹੋ ਜਾਂਦੀ ਸਮਾਧੀ। ਇਸ ਤਰ੍ਹਾਂ ਮਹਾਰਾਜ ਨੇ ਵਿਚਾਰ ਕੇ ਤੇ ਇਹਦੇ ਪੈਰਾਂ ਵਿੱਚ ਤੇ ਸਿਰ ਵਿੱਚ ਜਿਹੜੀ ਹੈ
ਕਸਤੂਰੀ ਮੱਖਣੀ ਮਲਵਾਈ ਹੈ। ਰੋਕ ਪਾਉਣ ਲੱਗ ਰਹੀ ਸਮਾਧ। ਤੇ ਇਧਰ ਜੋਗੀ ਨੇ ਸਵਾਸ ਰੋਕੇ ਹੋਏ ਤੇ ਦਸਮ ਦੁਆਰ ਵਿੱਚ ਚੜਾਏ ਹੋਏ ਹੈ, ਤੇ ਬੜੀ ਜਿਹੜੀ ਸਮੇਂ ਤੋਂ ਇਹਦੀ ਸਮਾਧੀ ਲੱਗੀ ਹੋਈ ਹੈ। ਸਰਬ ਭਾਂਤ ਕੇ ਸਾਧਨ ਸਾਧ। ਤੇ ਸਾਰੇ ਤਰ੍ਹਾਂ ਦੇ ਸਾਧਨ ਜਿਹੜੇ ਜਿਵੇਂ ਯੋਗ ਦੇ ਕੋਈ ਅੰਗ ਹੁੰਦੇ, ਅਸ਼ਟ ਅੰਗ ਮੰਨੇ ਜਿਹੜੇ ਪ੍ਰਾਣਾਯਾਮ ਯਾਮਾਦਕ, ਇਹ 8 ਅੰਗ ਸਾਧੇ ਹੋਏ, ਭਾਵ ਕਿ ਜੋਗੀ ਨੇ ਬਹੁਤ ਸਾਧਨ ਸਾਧ ਕੇ ਤੇ ਬਿਰਤੀ ਨੂੰ ਦਸਮ ਦੁਆਰ ਵਿੱਚ ਟਿਕਾਇਆ ਹੋਇਆ ਹੈ। ਚੇਤਨਤਾ ਤਨ ਮਹਿ ਹੋਏ ਆਈ। ਜਦੋਂ ਆ ਕਸਤੂਰੀ ਤੇ ਮੱਖਣ ਮਲਿਆ, ਕੁਝ ਕੁ ਚੇਤਨਤਾ ਜਿਹੜੀ ਉਹ ਅੰਗ ਪੈਰ ਮਾੜੇ ਮੋਟੇ ਹਿੱਲਣ ਲੱਗੇ ਆ, ਸਰੀਰ ਥੋੜਾ ਹਿੱਲਣ ਲੱਗਿਆ ਹੈ। ਬੈਠੇ ਬਰਖ ਬਿਤੇ ਸਮੁਦਾਈ। ਕਿਉਂਕਿ ਕਈ ਹਜ਼ਾਰਾਂ ਹੀ ਸਾਲ ਇਹ ਜੋਗੀ ਨੂੰ ਚੌਂਕੜੇ ਵਿੱਚ ਤੇ ਸਮਾਧੀ ਵਿੱਚ ਬੈਠਿਆ, ਸਤਜੁਗ ਦੇ ਸਮੇਂ ਦਾ ਜੋਗੀ ਬੈਠਾ ਹੋਇਆ, ਅੱਗੇ ਪ੍ਰਸੰਗ ਆ ਜਾਣਾ। ਤੋ ਕਈ ਸਾਲ, ਹਜ਼ਾਰਾਂ ਸਾਲ ਹੀ ਲੰਘ ਗਏ ਹਨ, ਲੱਖਾਂ ਇਹਨੂੰ ਬੈਠਿਆਂ ਹੋਇਆਂ। ਰਾਖਿਓ ਰੋਕ ਜੋ ਦਸਮੈ ਦੁਆਰਾ। ਤੇ ਜਿਹੜਾ ਦਸਮ ਦੁਆਰ ਹੈ ਉਹ ਰੋਕ ਕੇ ਸਵਾਸਾਂ ਨੂੰ ਦਸਮ ਦੁਆਰ ਵਿੱਚ ਰੱਖਿਆ ਹੋਇਆ ਹੈ। ਸੁਨੈ ਸੁਨੈ ਸੋ ਪਾਨ ਉਤਾਰਾ। ਤੇ ਹੌਲੀ ਹੌਲੀ ਜਿਹੜਾ ਹੈ ਸੱਚੇ ਪਾਤਸ਼ਾਹ ਜੀਆਂ ਨੇ ਜਿਵੇਂ ਜਿਵੇਂ ਮਾਲਿਸ਼ ਕਰਵਾਈ ਤੇ ਇਹਨੇ ਦਸਮ ਤੋਂ ਸਵਾਸ ਹੇਠਾਂ ਉਤਾਰੇ ਆ। ਤੂਲ ਆਦ ਤੇ ਅਨੇਕ ਉਪਾਏ। ਮਹਾਰਾਜ ਨੇ ਮੱਠ ਤੋਂ ਬਾਹਰ ਕੱਢਣ ਤੋਂ ਪਹਿਲਾਂ ਬਹੁਤ ਭਾਰੀ ਰੂੰ ਮੰਗਵਾਈ ਹੈ, ਖੁੱਲਾ ਰੂੰ ਜਿਹੜਾ ਮੰਗਵਾ ਕੇ ਪਾਸ ਉਹਦੇ 4 ਚਫੇਰੇ ਲਪੇਟਿਆ ਹੈ। ਤਿਹ ਸਰੀਰ ਕੋ ਭਲੇ ਬਚਾਏ। ਵੀ ਇਹਦਾ ਸਰੀਰ ਬਚ ਜਾਵੇ, ਕਿਉਂਕਿ ਹੁਣ ਉਹ ਮੱਠ ਵਿੱਚ ਬੈਠਾ ਹੋਇਆ, ਸਰੀਰ ਬੜੇ ਸਮੇਂ ਤੋਂ ਸਮਾਧੀ ਵਿੱਚ ਇੱਕ ਜੁੜਿਆ ਹੋਇਆ, ਵੀ ਤਾਂ ਕਿ ਕੋਈ ਬਾਹਰ ਦੀ ਹਵਾ ਇੱਕ ਵਾਰਾਂ ਲੱਗ ਕੇ ਤੇ ਜਿਹੜਾ ਉਹ ਸਰੀਰ ਇਹਨੂੰ ਕੋਈ ਨੁਕਸਾਨ ਨਾ ਪਹੁੰਚੇ। ਸੱਚੇ ਪਾਤਸ਼ਾਹ ਜੀਆਂ ਬਹੁਤ ਰੂੰ ਨਿੱਘ ਵਾਸਤੇ ਮੰਗਵਾਇਆ ਹੈ। ਹੁਤੀ ਜੋਗਤਾ ਸਭ ਹੀ ਕਰ ਕੈ। ਵੀ ਯਥਾ ਯੋਗ ਗੱਲ ਬਣਦੀ ਸੀ, ਮੁਨਾਸਿਬ ਸੱਚੇ ਪਾਤਸ਼ਾਹ ਜੀ ਉਹ ਸਾਰੇ ਕਾਰਜ ਕੀਤੇ ਆ। ਪਹਿਲਾਂ ਮੱਖਣ ਆਦਿਕ ਤੇ ਉਹ ਕਸਤੂਰੀ ਚਸਾਈ ਹੈ, ਫਿਰ ਮਹਾਰਾਜ ਜੀਆਂ ਨੇ ਉਹ ਗਰਮੈਸ਼ ਦੇਣ ਵਾਸਤੇ ਰੂਈ ਵਿੱਚ ਇਹ ਜੋਗੀ ਨੂੰ ਲਪੇਟਿਆ ਹੈ। ਸੁਨੈ ਸੁਨੈ ਤਨ ਕੀ ਸੁਧ ਧਰ ਕੈ। ਫਿਰ ਹੌਲੀ ਹੌਲੀ ਇਹ ਜੋਗੀ ਜਿਹੜਾ ਨਾ ਇਹਨੂੰ ਸਰੀਰ ਦੀ ਮਾੜੀ ਮੋਟੀ ਸੁੱਧ ਖਬਰ ਹੋਈ। ਹੌਲੀ ਹੌਲੀ ਜਿਵੇਂ ਜਿਵੇਂ ਸਮਾਧੀ ਖੁੱਲੀ ਤੇ ਥੋੜਾ ਇਹ ਸਰੀਰ ਹਿੱਲਣ ਜੁਲਣ ਲੱਗਿਆ, ਚੇਤਨਤਾ ਹੀ ਆਈ ਹੈ। ਤੇ ਸਰੀਰ ਦੀ ਥੋੜੀ ਸੁੱਧ ਜਦੋਂ ਆਈ, ਖੋਲਿਆ ਕੀਤੀ ਹੈ। ਦੋਨਹ ਲੋਚਨ ਜਬੈ ਉਘਾਰੇ। ਤੇ ਫਿਰ ਸਾਰਿਆਂ ਤੋਂ ਪਹਿਲਾਂ ਫਿਰ ਜੋਗੀ ਦੇ ਅੰਗ ਪੈਰ ਮਾੜੇ ਮੋਟੇ ਗਰਮੀ ਨਾਲ ਜਦੋਂ ਹਿੱਲੇ ਹੈ ਤੇ ਸਾਰਿਆਂ ਤੋਂ ਪਹਿਲਾਂ ਇਹਨੇ ਆਪਣੇ ਦੋਵੇਂ ਨੇਤਰ ਖੋਲੇ ਹਨ। ਸ਼੍ਰੀ ਗੁਰੂ ਅਰਜੁਨ ਸਮੁਖ ਨਿਹਾਰੇ। ਤੇ ਜਦੋਂ ਨੇਤਰ ਖੋਲੇ ਤੇ ਸਾਰਿਆਂ ਤੋਂ ਪਹਿਲਾਂ ਚੋਜੀ ਪ੍ਰੀਤਮ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸ਼ਾਂਤੀ ਕੇ ਪੁੰਜ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸਾਹਮਣੇ ਬੈਠੇ ਹੋਏ ਹੈ। ਤੇ ਨੇਤਰ ਖੋਲਦਿਆਂ ਸਾਰ ਲੱਖਾਂ ਸਾਲਾਂ ਤੋਂ ਬਾਅਦ ਜੋਗੀ ਨੇ ਨੇਤਰ ਖੋਲੇ ਤੇ ਨੇਤਰ ਖੋਲਦਿਆਂ ਸਾਰ ਜਿਹੜੀ ਨਿਗਾਹ ਹੈ ਉਹ ਸਾਖਸ਼ਾਤ ਬ੍ਰਹਮ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਪਈ ਹੈ। ਸੁਨੈ ਸੁਨੈ ਮੁਖ ਜੀਹ ਚਲਾਏ। ਤੇ ਹੌਲੀ ਹੌਲੀ ਫਿਰ ਜੋਗੀ ਮੁਖੋਂ ਜੀਭ ਚਲਾਉਂਦਾ, ਭਾਵ ਬੋਲਦਾ ਹੈ। ਸ਼ੁੱਧ ਆਤਮਾ ਮ੍ਰਿਦੁਲ ਅਲਾਇਬ। ਜਿਹੜੀ ਸੁੱਧ ਆਤਮਾ ਇਹ ਜੋਗੀ ਹੈ, ਸ਼੍ਰੇਸ਼ਟ ਆਤਮਾ, ਕੋਮਲ ਬਚਨ ਇਸ ਤਰ੍ਹਾਂ ਬੋਲਿਆ ਮਹਾਰਾਜ ਨੂੰ ਵੇਖ ਕੇ। ਕੌਣ ਨਾਮ ਇਨ ਦੇਹੋ ਸੁਨਾਈ। ਬਾਬਾ ਬੁੱਢਾ ਸਾਹਿਬ ਜੀ ਲਾਗੇ ਸਨ ਉਸ ਸਮੇਂ, ਤੇ ਜੋਗੀ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਨੂੰ ਸੰਬੋਧਨ ਹੋ ਕੇ ਵਿਜੜਿਆ ਸਾਹਮਣੇ ਬ੍ਰਹਮ ਪਰਮੇਸ਼ਰ ਸਰੂਪ ਜਾਂ ਜਿਨ੍ਹਾਂ ਤੇ ਮੇਰੀ ਨਿਗਾਹ ਪਈ, ਜਿਨ੍ਹਾਂ ਨੂੰ ਮੈਂ ਵੇਖ ਰਿਹਾ, ਇਹ ਕੌਣ ਹਨ, ਇਹ ਸਾਨੂੰ ਦੱਸਣਾ ਕਰੋ। ਕਿਹਤੇ ਪ੍ਰਾਪਤ ਭਈ ਵਡਾਈ। ਇਹਨਾਂ ਦਾ ਨਾਮ ਕੀ ਹੈ ਤੇ ਇਹਨਾਂ ਨੂੰ ਵਡਿਆਈ ਜਿਹੜੀ ਮਿਲੀ ਹੋਈ ਆ ਕਿੱਥੋਂ ਮਿਲੀ ਹੈ। ਕਿਸ ਕੇ ਇਹੋ ਨੰਦਨ ਸਭ ਕਹੋ। ਤੇ ਸਭ ਕੁਝ ਦੱਸੋ, ਕਿਹਦੇ ਸੁਪੁੱਤਰ ਸਾਹਿਬਜ਼ਾਦੇ ਹਨ। ਸਮਾਂ ਕੌਣ ਅਬ ਜਗ ਮੈਂ ਅਹੋ। ਤੇ ਹੁਣ ਸਮਾਂ ਕਿਹੜਾ ਚੱਲਦਾ ਹੈ, ਸਤਜੁਗ ਹੈ, ਦੁਆਪਰ ਹੈ, ਤ੍ਰੇਤਾ ਹੈ ਕਿ ਕਲਯੁਗ ਹੈ। ਸਮਾਂ ਦੱਸੋ ਹੁਣ ਕਿਹੜਾ ਚੱਲ ਰਿਹਾ ਹੈ। ਜਬ ਮੋਹ ਸਭ ਹੋਏ ਹੈ ਸਖਿਆਤ। ਜਦੋਂ ਮੈਨੂੰ ਇਸ ਗੱਲ ਦੀ ਜਾਣਕਾਰੀ ਸੋਝੀ ਹੋਵੇਗੀ ਵੀ ਸਮਾਂ ਕਿਹੜਾ ਹੈ, ਉਹ ਸਾਹਮਣੇ ਕੌਣ ਬੈਠਾ, ਕਿਹਦੇ ਸਾਹਿਬਜ਼ਾਦੇ ਹੈ, ਤੇ ਇਸ ਤਰ੍ਹਾਂ ਇਹਨਾਂ ਦਾ ਨਾਮ ਕੀ ਹੈ, ਜਦੋਂ ਇਸ ਗੱਲ ਦੀ ਮੈਨੂੰ ਸੋਝੀ ਹੋਵੇਗੀ। ਔਰ ਬੂਝਾਂ ਪੁਨ ਬਖਿਆਤ। ਤੇ ਬਾਕੀ ਬਚਨ ਬਲਾਸ ਕੋਈ ਜਿਹੜਾ ਪੁੱਛਣਾ ਕਹਿਣਾ ਹੈ ਉਹ ਫੇਰ ਗੱਲ ਕਰਾਂਗੇ। ਪਹਿਲਾਂ ਇਹ ਦੱਸੋ ਵੀ ਇਹ ਕੌਣ ਹੈ ਸਾਹਮਣੇ ਬੈਠੇ ਹੋਏ, ਤੇ ਨਾਮ ਇਹਨਾਂ ਦਾ ਕੀ ਹੈ, ਪੁੱਤਰ ਕਿਹਦੇ ਹੈ। ਬਾਕੀ ਗੱਲਾਂ ਬਾਤਾਂ ਪ੍ਰਗਟ ਪ੍ਰਤੱਖ ਫੇਰ ਕਰ ਲਵਾਂਗੇ।